ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੋ ਵੀਡੀਓ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਇਹ ਇੱਕ ਸਾਡੇ ਜੀਵਨ ਦਾ ਗੰਭੀਰ ਮੁੱਦਾ ਜੋ ਸਾਨੂੰ ਹਰ ਰੋਜ਼ ਪ੍ਰਭਾਵਿਤ ਕਰ ਰਿਹਾ ਹੈ। ਸੋ ਇਸ ਸਟਰਗਲ ਦੀ ਘੜੀ ਦੇ ਵਿੱਚ ਸਮੁੱਚੀ ਮਾਨਵਤਾ ਨੂੰ ਇਕੱਠੇ ਹੋ ਕੇ ਆਉਣ ਦੀ ਲੋੜ ਹੈ ਤੇ ਕਲਾਈਮੇਟ ਚੇਂਜ ਨੂੰ ਫਾਈਟ ਕਰਨ ਦੀ ਲੋੜ ਹੈ। ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਲਾਈਮੇਟ ਚੇਂਜ ਕੀ ਹੈ, ਇਸ ਦੇ ਕਾਰਨ ਸਾਡੇ ਦੇਸ਼ ਦੀ ਉਸ ਦੇ ਉੱਤੇ ਕੀ ਪੋਜੀਸ਼ਨ ਹੈ, ਇੰਟਰਸਟਿੰਗ ਫੈਕਟਸ ਐਂਡ ਫਿਗਰ। ਤੇ ਅੱਗੇ ਵਧਣ ਤੋਂ ਪਹਿਲਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ। ਸੋ ਸਾਡਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕਲਾਈਮੇਟ ਚੇਂਜ ਕੀ ਹੈ। ਕਲਾਈਮੇਟ ਚੇਂਜ ਧਰਤੀ ਦੇ ਤਾਪਮਾਨ ਤੇ ਮੌਸਮ ਦੇ ਪੈਟਰਨ ਦੇ ਵਿੱਚ ਲੰਮੇ ਸਮੇਂ ਦੇ ਵਿੱਚ ਆਉਣ ਵਾਲੇ ਬਦਲਾਅ ਨੂੰ ਦਰਸਾਉਂਦਾ ਹੈ। ਇਹ ਬਦਲਾਅ ਕੁਦਰਤੀ ਵੀ ਹੋ ਸਕਦੇ ਨੇ ਤੇ ਇਹ ਬਦਲਾਅ ਹਿਊਮਨ ਇੰਟਰਫੀਰੈਂਸ ਦੇ ਨਾਲ ਵੀ ਆ ਸਕਦੇ ਨੇ। ਸੋ ਨੈਚੁਰਲ ਬਦਲਾਅ ਨੇ ਜਿਹੜੇ ਉਹ ਵੋਲਕੈਨਿਕ ਐਕਟੀਵਿਟੀ ਤੇ ਸੋਲਰ ਸਟੋਰਮਸ ਦੇ ਨਾਲ ਆਉਂਦੇ ਨੇ। ਪਰ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਜਦੋਂ ਇਨਸਾਨ ਨੇ ਇਲੈਕਟ੍ਰਿਕ ਮੋਟਰ ਇਨਵੈਂਟ ਕੀਤੀ ਉਸ ਤੋਂ ਬਾਅਦ ਕਲਾਈਮੇਟ ਚੇਂਜ ਦਾ ਮੁੱਖ ਕਾਰਨ ਇਨਸਾਨੀ ਗਤੀਵਿਧੀਆਂ ਹੀ ਰਹੀਆਂ। ਪਰ ਇੰਡਸਟਰੀਅਲ ਰੈਵੋਲੂਸ਼ਨ ਆਉਣ ਤੋਂ ਬਾਅਦ ਸਾਡੀ ਡਿਪੈਂਡੈਂਸ ਕੋਲ, ਆਇਲ ਤੇ ਗੈਸ ਵਰਗੇ ਫੋਸਲ ਫਿਊਲਸ ਤੇ ਹੋਣਾ ਕਲਾਈਮੇਟ ਚੇਂਜ ਦਾ ਮੁੱਖ ਕਾਰਨ ਬਣਿਆ। ਕਿਉਂਕਿ ਜਦੋਂ ਅਸੀਂ ਆਪਣੀਆਂ એનર્ਜੀ ਨੀਡਸ ਨੂੰ ਪੂਰਾ ਕਰਨ ਲਈ ਫੋਸਲ ਫਿਊਲ ਬਰਨ ਕਰਦੇ ਹਾਂ ਤਾਂ ਉਸ ਵਿੱਚੋਂ ਨਿਕਲੀਆਂ ਗ੍ਰੀਨ ਹਾਊਸ ਗੈਸਸ ਜੋ ਧਰਤੀ ਦੇ ਆਲੇ ਦੁਆਲੇ ਇੱਕ ਬਲੈਂਕਟ ਦਾ ਕੰਮ ਕਰਦੀਆਂ ਨੇ, ਉਹ ਸੂਰਜ ਦੀ ਗਰਮੀ ਨੂੰ ਐਟਮੋਸਫੀਅਰ ਦੇ ਅੰਦਰ ਟਰੈਪ ਕਰ ਲੈਂਦੀਆਂ ਨੇ, ਜਿਸ ਕਾਰਨ ਅਰਥ ਦੇ ਸਰਫੇਸ ਦਾ ਟੈਂਪਰੇਚਰ ਵੱਧ ਜਾਂਦਾ ਹੈ। ਕਿਉਂਕਿ ਗਲੋਬਲ ਵਾਰਮਿੰਗ ਹੀ ਕਲਾਈਮੇਟ ਚੇਂਜ ਦਾ ਕਾਰਨ ਬਣਦੀ ਹੈ। ਹੁਣ ਆਪਾਂ ਉਹਨਾਂ ਗੈਸਸ ਦੀ ਗੱਲ ਕਰਾਂਗੇ ਜੋ ਕਲਾਈਮੇਟ ਚੇਂਜ ਦੇ ਲਈ ਮੁੱਖ ਜ਼ਿੰਮੇਦਾਰ ਨੇ। ਸੋ ਇੱਕ ਤਾਂ ਹੈ ਕਾਰਬਨ ਡਾਈਆਕਸਾਈਡ ਤੇ ਦੂਜੀ ਹੈ ਮੀਥੇਨ। ਕਾਰਬਨ ਡਾਈਆਕਸਾਈਡ ਆਪਣੇ এনवायरमेंट ਵਿੱਚ ਉਦੋਂ ਰਿਲੀਜ਼ ਹੁੰਦੀ ਹੈ ਜਦੋਂ ਆਪਾਂ ਗੈਸੋਲੀਨ ਤੇ ਕੋਲ ਨੂੰ ਬਰਨ ਕਰਦੇ ਹਾਂ ਤੇ ਜਦੋਂ ਆਪਾਂ ਜੰਗਲ ਕੱਟਦੇ ਹਾਂ ਤਾਂ ਦਰਖਤ ਵੀ CO2 ਰਿਲੀਜ਼ ਕਰਦੇ ਨੇ। ਮੀਥੇਨ ਗੈਸ ਦਾ ਮੇਨ ਕਾਰਨ ਐਗਰੀਕਲਚਰਲ ਐਕਟੀਵਿਟੀ ਤੇ ਆਪਣਾ ਤੇਲ ਤੇ ਗੈਸ ਨੂੰ ਧਰਤੀ ਦੇ ਵਿੱਚੋਂ ਬਾਹਰ ਕੱਢਣਾ। ਤੇ ਜਦੋਂ ਅਸੀਂ ਧਰਤੀ ਦੇ ਵਿੱਚ ਵੱਡੀਆਂ ਖਾਨਾਂ ਨੂੰ ਪੱਟਦੇ ਹਾਂ ਤਾਂ ਉਹਨਾਂ ਖਾਨਾਂ ਦੇ ਵਿੱਚ ਮੀਥੇਨ ਗੈਸ ਟਰੈਪ ਹੋਈ ਹੁੰਦੀ ਹੈ ਤੇ ਡਰ ਇਹ ਹੁੰਦਾ ਹੈ ਕਿ ਜੇ ਉਹ ਮੀਥੇਨ ਗੈਸ ਆਕਸੀਜਨ ਦੇ ਕੰਟੈਕਟ ਦੇ ਵਿੱਚ ਆਵੇ ਤਾਂ ਪੂਰੀ ਖਾਨ ਨੂੰ ਅੱਗ ਲੱਗ ਸਕਦੀ ਹੈ। ਇਸ ਕਾਰਨ ਖਾਨ ਮਾਲਕ ਜਾਂ ਖਾਨ ਆਪਰੇਟਰ ਨੇ ਜਿਹੜੇ ਉਹ ਮੀਥੇਨ ਨੂੰ ਖੁੱਲੀ ਹਵਾ ਦੇ ਵਿੱਚ ਰਿਲੀਜ਼ ਕਰ ਦਿੰਦੇ ਨੇ ਬਿਫੋਰ ਉਹ ਆਪਣੇ ਕਿਸੇ ਕੰਮ ਕਰਨ ਵਾਲੇ ਲੋਕਾਂ ਨੂੰ ਉਸ ਖਾਣ ਦੇ ਵਿੱਚ ਭੇਜਣ। ਹੁਣ ਆਪਾਂ ਗੱਲ ਕਰਾਂਗੇ ਕਿ ਕਲਾਈਮੇਟ ਚੇਂਜ ਇੰਡੀਆ ਨੂੰ ਕਿਵੇਂ ਇਫੈਕਟ ਕਰ ਰਿਹਾ ਹੈ। ਕਲਾਈਮੇਟ ਚੇਂਜ ਤਾਂ ਆਲਰੇਡੀ ਸਾਡੇ ਸਾਹਮਣੇ ਹੀ ਹੈ ਤੇ ਪੰਜਾਬ ਦੇ ਫਲੱਡ ਇਸ ਦੀ ਜਿਉਂਦੀ ਜਾਗਦੀ ਐਗਜ਼ਾਮਪਲ ਨੇ। ਯੂਨਾਈਟਿਡ ਨੇਸ਼ਨ ਨੇ 2015 ਵਿੱਚ ਇੰਡੀਆ ਨੂੰ ਕਲਾਈਮੇਟ ਚੇਂਜ ਤੋਂ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ ਵਿੱਚ ਚੌਥਾ ਸਥਾਨ ਦਿੱਤਾ। ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਾਡੇ ਲਈ ਕਿੰਨਾ ਗੰਭੀਰ ਮੁੱਦਾ ਹੈ। ਅਨਫੋਰਚੂਨੇਟਲੀ ਓਡੀਸ਼ਾ ਤੇ ਹਿਮਾਚਲ ਤੋਂ ਬਿਨਾਂ ਸਾਡੀ ਕੋਈ ਵੀ ਹੋਰ ਸਟੇਟ ਜਾਂ ਉੱਥੋਂ ਦੇ ਲੋਕ ਇਸ ਮੁੱਦੇ ਨੂੰ ਗੰਭੀਰ ਨਹੀਂ ਸਮਝਦੇ। ਹਿਮਾਚਲ ਪ੍ਰਦੇਸ਼ ਨੇ ਕਲਾਈਮੇਟ ਚੇਂਜ ਉੱਤੇ ਇੰਨਾ ਕੰਮ ਕਰ ਲਿਆ ਕਿ ਉਹ ਇੰਡੀਆ ਦੀ ਪਹਿਲੀ ਤੇ ਦੁਨੀਆ ਦੀ ਸੈਕੰਡ ਸਟੇਟ ਹੋਊਗੀ ਨੈਟ ਜ਼ੀਰੋ ਕਾਰਬਨ ਐਮਿਸ਼ਨਸ ਅਚੀਵ ਕਰਨ ਦੇ ਲਈ। 1901 ਤੋਂ ਲੈ ਕੇ 2018 ਤੱਕ ਇੰਡੀਆ ਦਾ ਜਿਹੜਾ ਔਸਤਨ ਟੈਂਪਰੇਚਰ ਹੈ ਉਹ 0.7 ਡਿਗਰੀ ਸੈਂਟੀਗ੍ਰੇਡ ਤੱਕ ਵੱਧ ਚੁੱਕਿਆ ਹੈ, ਜਿਸ ਕਾਰਨ ਤਿਬੇਤੀਅਨ ਪਲੇਟੂ ਤੇ ਟੈਂਪਰੇਚਰ ਵਧਣ ਕਾਰਨ ਹਿਮਾਚਲ ਦੇ ਗਲੇਸ਼ੀਅਰ ਵੀ ਤੇਜ਼ੀ ਨਾਲ ਪਿਘਲ ਰਹੇ ਨੇ ਤੇ ਨਤੀਜੇ ਵਜੋਂ ਗੰਗਾ, ਬ੍ਰਹਮਪੁੱਤਰ, ਯਮੁਨਾ ਤੇ ਕਈ ਹੋਰ ਰਿਵਰਸ ਦਾ ਫਲੋ ਕਾਫੀ ਹੱਦ ਤੱਕ ਵੱਧ ਚੁੱਕਿਆ ਹੈ। ਫਲੋ ਵਧਣ ਨਾਲ ਫਲੱਡਸ ਦੇ ਖਤਰੇ ਦੇ ਨਾਲ ਸਾਡਾ ਫਰੈਸ਼ ਵਾਟਰ ਰਿਵਰਸ ਰਾਹੀਂ ਵਹਿ ਕੇ ਸਮੁੰਦਰ ਵਿੱਚ ਚਲਾ ਜਾਂਦਾ ਹੈ। ਤੇ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਲਾਈਮੇਟ ਚੇਂਜ ਦੀ ਹੀ ਭੇਟ ਚੜੀ ਸੀ। ਜੇ ਆਪਾਂ ਦੁਨੀਆ ਦਾ ਇਤਿਹਾਸ ਚੈੱਕ ਕਰੀਏ ਤਾਂ ਲਗਭਗ ਸਾਰੀਆਂ ਸਿਵਲਾਈਜੇਸ਼ਨ ਦਾ ਜਨਮ ਕਿਸੇ ਨਾ ਕਿਸੇ ਦਰਿਆ ਕਿਨਾਰੇ ਹੋਇਆ ਹੈ। ਤੇ ਪੰਜਾਬੀ ਲਿਟਰੇਚਰ ਵਿੱਚ ਵੀ ਜਲ ਹੀ ਜੀਵਨ ਹੈ ਵਰਗੀਆਂ ਕਹਾਵਤਾਂ ਸਾਨੂੰ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਨੇ। ਜੇਕਰ ਹੁਣ ਆਪਾਂ ਕੁਝ ਫੈਕਟਸ ਐਂਡ ਫਿਗਰਸ ਦੀ ਗੱਲ ਕਰੀਏ ਤਾਂ ਇੰਡੀਆ 6.6% ਐਮਿਸ਼ਨਸ ਦੇ ਨਾਲ ਦੁਨੀਆ ਦੇ ਵਿੱਚ ਤੀਜੇ ਸਥਾਨ ਤੇ ਆਉਂਦਾ ਹੈ। ਪਹਿਲੇ ਨੰਬਰ ਤੇ ਚਾਈਨਾ 27% ਐਮਿਸ਼ਨਸ ਨਾਲ ਤੇ ਦੂਜੇ ਨੰਬਰ ਤੇ ਅਮਰੀਕਾ ਆਉਂਦਾ 11% ਗ੍ਰੀਨ ਹਾਊਸ ਐਮਿਸ਼ਨਸ ਨਾਲ। 2016 ਵਿੱਚ ਇੰਡੀਆ ਨੇ 2.8 ਗੀਗਾਟਨ ਕਾਰਬਨ ਡਾਈਆਕਸਾਈਡ ਜਾਂ ਇਕੁਅਲੀ ਹਾਰਮਫੁਲ ਗੈਸਸ ਪੈਦਾ ਕੀਤੀਆਂ, ਜਿਨ੍ਹਾਂ ਵਿੱਚ 79% ਕਾਰਬਨ ਡਾਈਆਕਸਾਈਡ, 14% ਮੀਥੇਨ ਤੇ 5% ਨਾਈਟ੍ਰਸ ਆਕਸਾਈਡ ਸੀ। ਸਾਇੰਟਿਸਟਾਂ ਦੇ ਮੁਤਾਬਕ ਜੇਕਰ ਅਸੀਂ এনवायरमेंटली ਫ੍ਰੈਂਡਲੀ ਟੈਕਨੀਕਸ ਦੇ ਵਿੱਚ ਇਨਵੈਸਟ ਕਰਕੇ ਖੇਤੀ, ट्रांसपोर्ट, इंडस्ट्री ते इंफ्रास्ट्रक्चर चों पैदा होने वालियां ग्रीन हाउस गैसेस दे उत्ते जे असीं काबू पा लैंदे हां तां इस दे साडी सेहत दे उत्ते 4 ਤੋਂ 5 गुणा तक वधिया प्रभाव पैणगे। इस दे लई सरकार 2023 ਦੇ ਵਿੱਚ इंडियन नैशनल कार्बन ट्रेडिंग स्कीम भी लैके आ रही है ते स्कीम ਦਾ मतलब है कि कार्बन क्रेडिट सर्टिफिकेट्स राਹੀਂ ग्रीन हाउस गैस एमिशनस ਦੀ कीमत तय करके इंडियन इकोनॉमी ਨੂੰ ਡੀਕਾਰਬੋਨਾਈਜ਼ करना। क्लाइमेट चेंज ਦੀ ਜਿਹੜੀ ਜੜ है
ਉਹ ਹੈਗੀ ਹੈ ਪੋਲਿਊਸ਼ਨ, ਕਿਉਂਕਿ ਪੋਲਿਊਸ਼ਨ ਜਨਮ ਦਿੰਦਾ ਗਲੋਬਲ ਵਾਰਮਿੰਗ ਨੂੰ ਤੇ ਗਲੋਬਲ ਵਾਰਮਿੰਗ ਜਨਮ ਦਿੰਦੀ ਹੈ ਕਲਾਈਮੇਟ ਚੇਂਜ ਨੂੰ। ਤੇ ਸਾਡੇ ਦੇਸ਼ ਦੇ ਵਿੱਚ ਜਿਹੜੇ 4 ਮੁੱਖ ਸੋਰਸਸ ਨੇ ਕਲਾਈਮੇਟ ਚੇਂਜ ਦੇ ਲਈ ਰਿਸਪੌਂਸੀਬਲ ਨੇ, ਅੱਜ ਆਪਾਂ ਹੁਣ ਉਹਨਾਂ ਦੀ ਗੱਲ ਕਰਾਂਗੇ। ਸੋ ਉਹਨਾਂ ਦੇ ਵਿੱਚ ਨੰਬਰ 1 ਹੈਗਾ ਕੋਲ ਫਾਇਰਡ ਪਾਵਰ ਸਟੇਸ਼ਨ, ਨੰਬਰ 2 ਹੈਗੀ ਹੈ ਇੰਡਸਟਰੀ, ਸਾਰੇ ਉਦਯੋਗ, ਸਾਰੇ ਕਾਰਖਾਨੇ, ਤੇ ਨੰਬਰ 3 ਤੇ ਹੈਗੀ ਹੈ ਐਗਰੀਕਲਚਰ, ਤੇ ਨੰਬਰ 4 ਤੇ ਹੈਗੀ ਹੈ ਹਾਊਸ ਹੋਲਡ ਫਿਊਲ। ਜੇ ਆਪਾਂ ਕੋਲ ਫਾਇਰਡ ਪਾਵਰ ਸਟੇਸ਼ਨ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ 60% ਬਿਜਲੀ ਫੋਸਿਲ ਫਿਊਲਸ ਤੋਂ ਪੈਦਾ ਹੁੰਦੀ ਹੈ, ਜਿਨ੍ਹਾਂ ਵਿੱਚੋਂ 51% ਬਿਜਲੀ ਸਿਰਫ ਕੋਲੇ ਤੋਂ ਪੈਦਾ ਹੁੰਦੀ ਹੈ। ਤੇ ਜੇ ਆਪਾਂ ਇੰਡਸਟਰੀ ਦੀ ਗੱਲ ਕਰੀਏ ਤਾਂ ਸਿਰਫ ਸੀਮੈਂਟ, ਆਇਰਨ ਤੇ ਸਟੀਲ ਦੀ ਇੰਡਸਟਰੀ 25% ਗ੍ਰੀਨ ਹਾਊਸ ਗੈਸਸ ਪੈਦਾ ਕਰਦੀਆਂ ਨੇ। ਤੇ ਸਨ 2000 ਤੋਂ ਲੈ ਕੇ 2014 ਦੇ ਵਿਚਕਾਰ ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਕਾਰਖਾਨਿਆਂ ਵੱਲੋਂ ਖਪਤ ਕੀਤੇ ਜਾਣ ਵਾਲੇ ਫਿਊਲ ਵਿੱਚ 406% ਦਾ ਵਾਧਾ ਹੋਇਆ ਹੈ। ਜੇ ਆਪਾਂ ਐਗਰੀਕਲਚਰ ਦੇ ਨਾਲ ਸੰਬੰਧਿਤ ਐਮਿਸ਼ਨਸ ਦੀ ਗੱਲ ਕਰੀਏ ਤਾਂ 2005 ਤੋਂ ਲੈ ਕੇ 2014 ਤੱਕ 25% ਵਾਧਾ ਹੋਇਆ, ਤੇ ਇਹਦਾ ਮੇਨ ਕਾਰਨ ਹੈ ਫਸਲਾਂ ਨੂੰ ਅੱਗ ਲਾਉਣਾ ਤੇ ਆਰਟੀਫੀਸ਼ੀਅਲ ਫਰਟੀਲਾਈਜ਼ਰਸ ਦੀ ਵਰਤੋਂ ਕਰਨਾ। ਜੇ ਹੁਣ ਆਪਾਂ ਹਾਊਸ ਹੋਲਡ ਫਿਊਲਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਚੰਗੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਆਪਣੇ ਟ੍ਰੈਡੀਸ਼ਨਲ ਫਿਊਲਸ ਤੋਂ ਚੇਂਜ ਹੋ ਕੇ ਅੱਜ-ਕੱਲ LPG ਸਿਲੰਡਰ ਵਰਤਣ ਲੱਗੇ। LPG ਇੱਕ ਕਲੀਨ ਸੋਰਸ ਆਫ એનર્ਜੀ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਕਲਾਈਮੇਟ ਚੇਂਜ ਆਪਣੇ এনवायरमेंट ਤੇ ਆਪਣੇ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਇਫੈਕਟ ਕਰਦਾ ਹੈ। ਧਰਤੀ ਦੇ ਬਣ ਤੋਂ ਲੈ ਕੇ ਹੁਣ ਤੱਕ ਲੱਖਾਂ ਸਾਲਾਂ ਦੇ ਵਿੱਚ ਟੈਂਪਰੇਚਰ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ, ਬਟ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਧਰਤੀ ਦਾ ਤਾਪਮਾਨ ਹੈ ਇਹ ਸਕਾਈ ਰੌਕਟਿੰਗ ਸਪੀਡ ਦੇ ਨਾਲ ਸਿਰਫ ਉੱਪਰ ਵੱਲ ਨੂੰ ਹੀ ਜਾ ਰਿਹਾ ਹੈ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਕਿ ਇੰਡੀਆ ਦਾ ਜਿਹੜਾ ਔਸਤ ਟੈਂਪਰੇਚਰ ਹੈ 1901 ਤੋਂ ਲੈ ਕੇ 2018 ਤੱਕ 0.7 ਡਿਗਰੀ ਸੈਂਟੀਗ੍ਰੇਡ ਤੱਕ ਵੱਧ ਚੁੱਕਿਆ ਹੈ। ਇਹ ਦੇਖਣ 'ਚ ਭਾਵੇਂ ਬਹੁਤ ਥੋੜਾ ਲੱਗਦਾ, ਬਟ ਇਹਦੇ ਇਫੈਕਟ ਬਹੁਤ ਨੇ। ਤੇ ਸ਼ਾਇਦ ਕਈ ਲੋਕ ਸੋਚਦੇ ਹੋਣ ਕਿ ਅਸੀਂ ਅਮੀਰ ਹਾਂ, ਅਸੀਂ ਬਚ ਜਾਾਂਗੇ, ਬਟ ਇਸ ਧਰਤੀ ਦੇ ਉੱਤੇ ਇੱਕ ਕੰਪਲੈਕਸ ਸਿਸਟਮ ਦੇ ਥਰੂ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਾਂ। ਸੋ ਇੱਥੇ ਬਚਣਾ ਬਚਾਉਣਾ ਕਿਸੇ ਦਾ ਵੀ ਇੰਨਾ ਸੌਖਾ ਨਹੀਂ ਹੋਣਾ। ਮਈ 2022 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਨੇ ਸਵੀਅਰ ਹੀਟ ਵੇਵਸ ਨੂੰ ਫੇਸ ਕੀਤਾ, ਜਿੰਨਾ ਕਰਕੇ ਟੈਂਪਰੇਚਰ 51 ਡਿਗਰੀ ਪਹੁੰਚ ਗਿਆ। ਤੇ ਜੇਕਰ ਕਲਾਈਮੇਟ ਚੇਂਜ ਨਾ ਹੋਵੇ ਤਾਂ 2010 ਵਿੱਚ ਆਉਣ ਵਾਲੀ ਹੀਟ ਵੇਵ 312 ਸਾਲਾਂ ਵਿੱਚ ਸਿਰਫ ਇੱਕ ਵਾਰ ਆਉਂਦੀ, ਪਰ ਕਲਾਈਮੇਟ ਚੇਂਜ ਹੋਣ ਕਾਰਨ ਹੁਣ ਇਹ ਹਰ 3 ਸਾਲਾਂ ਦੇ ਵਿੱਚ ਇੱਕ ਵਾਰ ਆਉਂਦੀ ਹੈ। ਤੇ 2018 ਦੀ ਸਟੱਡੀ ਮੁਤਾਬਕ ਨਾਰਥ ਇੰਡੀਆ ਤੇ ਨਾਰਥ ਵੈਸਟਰਨ ਇੰਡੀਆ ਇਸ ਸਦੀ ਦੇ ਅੰਤ ਤੱਕ ਭਿਆਨਕ ਸੋਕੇ ਦੀ ਮਾਰ ਹੇਠ ਆ ਜਾਣਗੇ, ਤੇ ਅਸਾਮ, ਮੇਘਾਲਿਆ ਵਰਗੀਆਂ ਸਟੇਟਸ ਜ਼ਿਆਦਾ ਫਲੱਡਸ ਤੇ ਜ਼ਿਆਦਾ ਲੈਂਡਸਲਾਈਡਸ ਨੂੰ ਫੇਸ ਕਰਨਗੀਆਂ। ਕਲਾਈਮੇਟ ਚੇਂਜ ਦੇ ਕਾਰਨ ਸੀ ਲੈਵਲ ਵਧਣ ਨਾਲ ਮੇਘਾਲਿਆ ਤੇ ਹੋਰ ਨਾਰਥ ਈਸਟਰਨ ਸਟੇਟਸ ਨੂੰ ਇਸ ਗੱਲ ਦਾ ਖਤਰਾ ਹੈ ਕਿ ਜਿਹੜੇ ਬੰਗਲਾਦੇਸ਼ ਦੇ ਲੋ ਲੇਇੰਗ ਏਰੀਆ ਨੇ, ਜਿਹੜੇ ਤੱਟਵਰਤੀ ਏਰੀਆ ਨੇ, ਉਹ ਸਮੁੰਦਰ ਦੇ ਹੇਠਾਂ ਆ ਜਾਣਗੇ, ਜਿਸ ਕਰਕੇ ਰਿਫਿਊਜੀ ਕ੍ਰਾਈਸਿਸ ਆਉਣ ਦਾ ਖਤਰਾ ਹੈ। ਨਾਲੇ ਤੁਹਾਨੂੰ ਦੱਸ ਦਈਏ ਕਿ ਵੈਸਟ ਬੰਗਾਲ ਦੇ ਸੁੰਦਰਬਨ ਦੇ ਵਿੱਚ ਸੀ ਲੈਵਲ ਰਾਈਜ਼ ਹੋਣ ਦੇ ਕਾਰਨ ਆਲਰੇਡੀ ਹਜ਼ਾਰਾਂ ਲੋਕ ਬੇਘਰ ਪਹਿਲਾਂ ਹੀ ਹੋ ਚੁੱਕੇ ਨੇ, ਤੇ ਇਸ ਤੋਂ ਬਿਨਾ ਇਹ ਸਾਡੇ ਵਾਟਰ ਰਿਸੋਰਸਸ ਤੇ ਇਕੋਸਿਸਟਮ ਨੂੰ ਕੰਪਲੀਟਲੀ ਤਬਾਹ ਕਰ ਦੂਗਾ। ਹੁਣ ਆਪਾਂ ਗੱਲ ਕਰਾਂਗੇ ਕਿ ਕਲਾਈਮੇਟ ਚੇਂਜ ਲੋਕਾਂ ਦੇ ਜੀਵਨ ਨੂੰ ਕਿਵੇਂ ਇੰਪੈਕਟ ਕਰੂਗਾ। ਤੇ ਦੱਸ ਦਈਏ ਕਿ ਇੰਡੀਆ ਦੁਨੀਆ ਦਾ ਇੱਕੋ ਜਿਹਾ ਕੰਟਰੀ ਹੈ ਜਿਹੜਾ ਹਾਈਐਸਟ ਸੋਸ਼ਲ ਕਾਸਟ ਆਫ ਕਾਰਬਨ ਪੇ ਕਰਦਾ ਹੈ। ਲੰਡਨ ਬੇਸਡ ਥਿੰਕ ਟੈਂਕ ਦੀ ਇੱਕ ਰਿਪੋਰਟ ਦੇ ਮੁਤਾਬਕ ਇੰਡੀਆ ਸਾਲ 2100 ਤੱਕ ਹਰ ਸਾਲ GDP ਦਾ 3 ਤੋਂ 10% ਤੱਕ ਗਵਾ ਸਕਦਾ ਹੈ, ਤੇ ਗਰੀਬੀ ਦਰ ਹੈ ਜਿਹੜੀ ਉਹ ਕਲਾਈਮੇਟ ਚੇਂਜ ਦੇ ਨਾਲ 3.5% ਵੱਧ ਸਕਦੀ ਹੈ, ਜਦੋਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਇੰਡੀਆ ਦੇ ਵਿੱਚੋਂ ਗਰੀਬੀ ਘਟਾਉਣੀ ਹੈ। ਤੇ ਇਸ ਚੀਜ਼ ਦਾ ਜਿਹੜਾ ਸਾਡੀ ਖੇਤੀਬਾੜੀ ਦੇ ਉੱਤੇ ਪ੍ਰਭਾਵ ਪੈਣਾ, ਤੁਹਾਨੂੰ ਦੱਸਦੀ ਹੈ ਕਿ ਦੇਸ਼ ਦੇ ਵਿੱਚ 56% ਲੋਕ ਨੇ ਜਿਹੜੇ ਆਪਣਾ ਜੀਵਨ ਦਾ ਨਿਰਵਾਹ ਖੇਤੀਬਾੜੀ ਤੋਂ ਕਰਦੇ ਨੇ। ਇੰਡੀਆ ਵਿੱਚ ਕਲਾਈਮੇਟ ਚੇਂਜ ਦਾ ਜਿਹੜਾ ਪ੍ਰਭਾਵ ਹੈ 400 ਮਿਲੀਅਨ ਤੋਂ ਵੱਧ ਗਰੀਬ ਭਾਈਚਾਰੇ ਦੇ ਉੱਤੇ ਪਊਗਾ, ਕਿਉਂਕਿ ਇਹ ਜ਼ਿਆਦਾਤਰ ਲੋਕ ਆਪਣਾ ਭੋਜਨ, ਸ਼ੈਲਟਰ ਤੇ ਇਨਕਮ ਕੁਦਰਤੀ ਸਾਧਨਾਂ ਤੋਂ ਕਰਦੇ ਨੇ ਤੇ ਕੁਦਰਤੀ ਸਾਧਨਾਂ ਦੇ ਉੱਤੇ ਡਿਪੈਂਡ ਨੇ। ਤੇ ਇਹਨਾਂ ਵਿੱਚੋਂ ਜਿਹੜੇ ਜ਼ਿਆਦਾਤਰ ਲੋਕ ਨੇ ਉਹ ਤੱਟਵਰਤੀ ਏਰੀਆ, ਕੋਸਟਲ ਏਰੀਆਜ਼ ਦੇ ਵਿੱਚ ਰਹਿ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ। ਜੇਕਰ ਹੁਣ ਆਪਾਂ ਕਲਾਈਮੇਟ ਚੇਂਜ ਦੇ ਦੁਆਰਾ ਸਾਡੀ ਸਿਹਤ ਉੱਤੇ ਜੋ ਪ੍ਰਭਾਵ ਪੈਂਦੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਤੁਸੀਂ ਨੋਟਿਸ ਕਰਦੇ ਹੋਵੋਗੇ ਕਿ ਅੱਜ ਕੱਲ ਬੜੇ ਯੰਗ ਲੋਕਾਂ ਨੂੰ ਸਡਨ ਹਾਰਟ ਅਟੈਕ ਆ ਰਹੇ ਨੇ। ਸਾਡੇ ਕਈ ਬਾਲੀਵੁੱਡ ਐਕਟਰ ਤੇ ਐਕਟ੍ਰੈਸਸ ਨੇ ਜਿਹੜੀਆਂ ਉਹ ਯੰਗ ਏਜ ਦੇ ਵਿੱਚ ਚਲੇ ਜਾਂਦੇ। ਸਾਡੇ ਆਲੇ ਦੁਆਲੇ ਵੀ ਬਹੁਤ ਲੋਕ ਨੇ ਇਹ ਜਿਹੜੇ ਬਹੁਤ ਯੰਗ ਏਜ ਦੇ ਵਿੱਚ ਚਲੇ ਜਾਂਦੇ ਨੇ। ਕਲਾਈਮੇਟ ਚੇਂਜ ਨਾਲ ਹੋਣ ਵਾਲੇ ਇਫੈਕਟਸ ਦੇ ਵਿੱਚ ਰੈਸਪੀਰੇਟਰੀ ਡਿਜ਼ੀਜ਼ਸ, ਹਾਰਟ ਡਿਜ਼ੀਜ਼ਸ, ਪੈਸਟ ਰਿਲੇਟਡ ਡਿਜ਼ੀਜ਼ਸ ਜਿਵੇਂ ਕਿ ਲਾਈਮ ਵਾਇਰਸ ਤੇ ਫੂਡ ਰਿਲੇਟਡ ਇਲਨੈਸ ਆਉਂਦੀਆਂ ਨੇ। ਤੇ ਸਟੱਡੀਜ਼ ਦੇ ਮੁਤਾਬਕ ਕਲਾਈਮੇਟ ਚੇਂਜ ਦਾ ਜਿਹੜਾ ਲਿੰਕ ਆ ਉਹ ਵਾਇਲੈਂਟ ਕ੍ਰਾਈਮ ਤੇ ਪੂਅਰ ਮੈਂਟਲ ਹੈਲਥ ਦੇ ਨਾਲ ਵੀ ਜੁੜਿਆ ਗਿਆ। ਹੁਣ ਆਪਾਂ ਗੱਲ ਕਰਾਂਗੇ ਕਿ ਹੀਟ ਵੇਵਸ ਦੇ ਇਨਸਾਨਾਂ ਦੇ ਉੱਤੇ ਕੀ ਪ੍ਰਭਾਵ ਨੇ।
ਪਹਿਲਾਂ ਜਿਹੜੀਆਂ ਹੀਟ ਵੇਵ ਸੀ ਸਾਡੇ ਦੇਸ਼ ਦੇ ਵਿੱਚ ਉਹ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਚੱਲਦੀਆਂ ਸੀ, ਬਟ ਕਲਾਈਮੇਟ ਚੇਂਜ ਹੋਣ ਦੇ ਕਾਰਨ ਇਹ ਮਈ ਤੋਂ ਪਹਿਲਾਂ ਹੀ ਸਟਾਰਟ ਹੋ ਜਾਂਦੇ ਤੇ ਜੂਨ ਤੋਂ ਬਾਅਦ ਤੱਕ ਚੱਲਦੀਆਂ ਰਹਿੰਦੀਆਂ ਨੇ। ਤੇ ਤੁਹਾਨੂੰ ਦੱਸ ਦਈਏ ਕਿ ਅਪ੍ਰੈਲ 2023 ਦੇ ਵਿੱਚ ਜਿਹੜੀ ਹੀਟ ਵੇਵ ਇੰਡੀਆ ਦੇ ਵਿੱਚ ਆਈ ਸੀ ਉਸ ਕਾਰਨ ਦਿੱਲੀ ਦਾ ਜਿਹੜਾ ਟੈਂਪਰੇਚਰ ਸੀ ਲਗਾਤਾਰ 7 ਦਿਨ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਰਿਹਾ ਤੇ ਅੰਕੜਿਆਂ ਦੇ ਮੁਤਾਬਕ 2012 ਤੋਂ ਲੈ ਕੇ 2021 ਤੱਕ ਬਿਹਾਰ ਦੇ 1000 ਤੇ ਯੂਪੀ ਦੇ ਜਿਹੜੇ 1500 ਤੋਂ ਵੱਧ ਲੋਕ ਨੇ ਉਹ ਹੀਟ ਵੇਵ ਦਾ ਸ਼ਿਕਾਰ ਹੋ ਚੁੱਕੇ ਨੇ। ਸਮਝੋ ਕਿ ਉਹ ਹੀਟ ਵੇਵਸ ਕਰਕੇ ਮੌਤ ਹੋ ਚੁੱਕੀ ਉਹਨਾਂ ਦੀ। ਹੁਣ ਆਪਾਂ ਗੱਲ ਕਰਾਂਗੇ ਮਿਟੀਗੇਸ਼ਨ ਫੈਕਟਰ ਦੀ, ਮੀਨਸ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਾਂਗੇ। ਇਸ ਨੂੰ ਰੋਕਣ ਦੇ ਲਈ ਸਰਕਾਰ ਗ੍ਰੀਨ ਹਾਊਸ ਗੈਸ ਸਿੰਕਸ ਬਣਾ ਰਹੀ ਹੈ, ਜਿਹਦਾ ਮਤਲਬ ਹੈ ਕਿ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਜੰਗਲ ਲਾ ਕੇ ਕਾਰਬਨ ਡਾਈਆਕਸਾਈਡ ਨੂੰ ਅਬਜ਼ੌਰਬ ਕਰ ਰਹੀ ਹੈ, ਕਿਉਂਕਿ ਦਰਖਤ ਕਾਰਬਨ ਡਾਈਆਕਸਾਈਡ ਨੂੰ ਅਬਜ਼ੌਰਬ ਕਰਦੇ ਨੇ ਤੇ ਆਕਸੀਜਨ ਨੂੰ ਛੱਡਦੇ ਨੇ। ਸਨ 2014 ਵਿੱਚ ਇਹ ਜੰਗਲ 300 ਮੈਟ੍ਰਿਕ ਟਨ ਕਾਰਬਨ ਡਾਈਆਕਸਾਈਡ ਜਾਂ ਹੋਰ ਗੈਸਸ ਅਬਜ਼ੌਰਬ ਕਰਦੇ ਸੀ ਤੇ ਜੋ ਵੱਧ ਕੇ 2020 ਦੇ ਵਿੱਚ 7000 ਮੈਟ੍ਰਿਕ ਟਨ ਹੋ ਚੁੱਕੇ ਨੇ। ਇਸ ਤੋਂ ਬਿਨਾਂ ਜਿਹੜੀ ਸਾਡੀ એનર્ਜੀ ਪਾਲਿਸੀ ਹੈ ਉਹ ਪੈਰਿਸ ਐਗਰੀਮੈਂਟ, ਜਿਹਦਾ ਇੰਡੀਆ ਸਿਗਨੇਟਰੀ ਹੈ, ਉਹਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੈ। ਜਿਸ ਤੇਜ਼ੀ ਨਾਲ ਸਰਕਾਰ ਕੋਲ ਪਾਵਰ ਪਲਾਂਟਸ ਨੂੰ ਬੰਦ ਕਰ ਰਹੀ ਹੈ ਤੇ ਰੀਨਿਊਏਬਲ ਸੋਰਸਸ ਤੇ ਜ਼ੋਰ ਦੇ ਰਹੀ ਹੈ, ਤਾਂ ਥਰਮਲ ਪਲਾਂਟ ਕੈਪੈਸਿਟੀ ਹੈ ਜਿਹੜੀ 2027 ਦੇ ਵਿੱਚ 42.7% ਹੋ ਜੂਗੀ, ਜਿਹੜੀ 2017 ਦੇ ਵਿੱਚ 66.8% ਸੀ। ਤੇ ਇੰਡੀਆ ਦੇ ਵਿੱਚ ਨੈਟ ਜ਼ੀਰੋ ਟਾਰਗੇਟ ਹਾਸਲ ਕਰਨ ਦੇ ਲਈ ਅਬੰਡੈਂਟ ਮਾਤਰਾ ਦੇ ਵਿੱਚ ਨੈਚੁਰਲ ਸੋਰਸਸ ਜਿਵੇਂ ਕਿ ਬਾਇਓਮਾਸ, ਵਿੰਡ, ਸੋਲਰ ਤੇ ਹਾਈਡਰੋ ਪਾਵਰ ਆਲਰੇਡੀ ਮੌਜੂਦ ਨੇ। ਤੇ ਇਸ ਤੋਂ ਬਿਨਾਂ ਸਰਕਾਰ ਤੇ ਸਟੇਟ ਗਵਰਨਮੈਂਟਸ ਨੇ ਕਾਫੀ ਸਟੈਪ ਲਏ ਨੇ, ਜਿਵੇਂ ਇੰਡੀਆ ਦੀ એનર્ਜੀ ਪਾਲਿਸੀ ਤੇ ਪੈਰਿਸ ਐਗਰੀਮੈਂਟ ਨੂੰ ਮੱਦੇਨਜ਼ਰ ਰੱਖ ਕੇ 2030 ਤੱਕ ਇੰਡੀਆ ਦਾ ਜਿਹੜਾ ਰੀਨਿਊਏਬਲ એનર્ਜੀ ਟਾਰਗੇਟ ਹੈ ਉਹਨੂੰ ਡਬਲ ਕਰਕੇ 450 ਗੀਗਾਵਾਟ ਕਰ ਦਿੱਤਾ ਹੈ। ਤੇ ਨੈਸ਼ਨਲ ਸੋਲਰ ਮਿਸ਼ਨ ਸਰਕਾਰ ਵੱਲੋਂ ਸੋਲਰ ਪਾਵਰ ਨੂੰ ਸਬਸਿਡਾਈਜ਼ ਕਰਕੇ ਪ੍ਰਮੋਟ ਕਰਨਾ, ਇਹ ਮਿਸ਼ਨ ਸਾਡੇ ਦੇਸ਼ ਦੇ ਨੈਸ਼ਨਲ ਐਕਸ਼ਨ ਪਲਾਨ ਔਨ ਕਲਾਈਮੇਟ ਚੇਂਜ ਦਾ ਹਿੱਸਾ ਹੈ, ਜਿਸ ਨੂੰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਵੱਲੋਂ ਜਨਵਰੀ 2010 ਵਿੱਚ ਲਾਂਚ ਕੀਤਾ ਸੀ ਤੇ ਟਾਰਗੇਟ ਰੱਖਿਆ ਸੀ 20 ਗੀਗਾਵਾਟ ਬਾਏ 2022, ਬਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 2015 ਵਿੱਚ ਇਸ ਨੂੰ ਵਧਾ ਕੇ 100 ਗੀਗਾਵਾਟ ਕਰ ਦਿੱਤਾ। ਤੇ ਇਸ ਤੋਂ ਇਲਾਵਾ 2008 ਦੇ ਵਿੱਚ ਇੰਡੀਅਨ ਸਰਕਾਰ ਨੇ ਨੈਸ਼ਨਲ ਐਕਸ਼ਨ ਪਲਾਨ ਔਨ ਕਲਾਈਮੇਟ ਚੇਂਜ ਨੂੰ ਪਬਲਿਸ਼ ਕੀਤਾ, ਜਿਸ ਵਿੱਚ ਦੇਸ਼ ਦੇ ਲਈ ਕਈ ਟੀਚੇ ਰੱਖੇ ਤੇ ਉਹਨਾਂ ਟੀਚਿਆਂ ਦੇ ਵਿੱਚ ਦੇਸ਼ ਦੇ 1/3 ਹਿੱਸੇ ਦਾ ਰੀਫੋਰੈਸਟੇਸ਼ਨ ਕਰਨਾ ਵੀ ਸ਼ਾਮਲ ਸੀ। ਜੇ ਹੁਣ ਆਪਾਂ ਉੜੀਸਾ ਸਰਕਾਰ ਦੀ ਗੱਲ ਕਰੀਏ ਤਾਂ ਉੜੀਸਾ ਸਰਕਾਰ ਨੇ ਇਸ ਮਾਮਲੇ ਨੂੰ ਸੀਰੀਅਸਲੀ ਲੈਂਦੇ ਹੋਏ 2020 ਤੋਂ 2021 ਦਾ ਜਿਹੜਾ ਸਟੇਟ ਬਜਟ ਆ ਉੱਥੋਂ ਦੇ ਫਾਈਨਾਂਸ ਮਿਨਿਸਟਰ ਨਿਰੰਜਨ ਪੁਜਾਰੀ ਨੇ ਕਲਾਈਮੇਟ ਬਜਟ ਇੰਟਰੋਡਿਊਸ ਕੀਤਾ। ਇਸ ਦੇ ਨਤੀਜੇ ਵਜੋਂ ਸਟੇਟ ਵੱਲੋਂ ਜਿਹੜਾ এনवायरमेंट ਤੇ ਕਲਾਈਮੇਟ ਦੀ ਬਿਹਤਰੀ ਦੇ ਲਈ ਖਰਚਾ ਹੋਇਆ ਜਿਹੜਾ 1-1 ਰੁਪਈਆ ਹੈ ਉਹਦਾ ਹਿਸਾਬ ਰੱਖਿਆ ਜਾਊਗਾ। ਇਸ ਤੋਂ ਬਿਨਾਂ ਨੀਤੀ ਆਯੋਗ ਦੀ ਇੱਕ ਪਾਲਿਸੀ ਫਰੇਮਵਰਕ ਕੱਢ ਰਿਹਾ, ਜਿਸ ਨਾਲ ਦੇਸ਼ ਦੇ ਵਿੱਚ ਕਾਰਬਨ ਨੂੰ ਕਿਸੇ ਤਕਨੀਕ ਨਾਲ ਕੈਪਚਰ ਕਰਕੇ ਤੇ ਉਸ ਨੂੰ ਸਟੋਰ ਵੀ ਕੀਤਾ ਜਾ ਸਕੇ, ਤਾਂ ਜੋ ਅਸੀਂ ਜਿਹੜਾ ਆਪਣਾ ਗ੍ਰੀਨ ਹਾਊਸ ਐਮਿਸ਼ਨ ਹੈ ਪਰ ਯੂਨਿਟ ਆਫ ਇਕਨੋਮਿਕ ਐਕਟੀਵਿਟੀ ਨੂੰ ਘਟਾ ਸਕੀਏ। ਹੁਣ ਆਪਾਂ ਗੱਲ ਕਰਾਂਗੇ ਕਾਰਬਨ ਐਮਿਸ਼ਨ ਟ੍ਰੇਡਿੰਗ ਐਂਡ ਪ੍ਰਾਈਸਿੰਗ ਦੇ ਬਾਰੇ। ਕਾਰਬਨ ਐਮਿਸ਼ਨ ਟ੍ਰੇਡਿੰਗ ਇੰਡੀਆ ਦੇ ਵਿੱਚ ਜਿਹੜੀ 2023 ਦੇ ਵਿੱਚ ਲਾਗੂ ਹੋਣੀ ਹੈ, ਪਰ ਉਸ ਤੋਂ ਬਿਨਾਂ ਸਾਡੇ ਕੋਲ ਨੇ એનર્ਜੀ ਸੇਵਿੰਗ ਸਰਟੀਫਿਕੇਟ ਤੇ ਰੀਨਿਊਏਬਲ ਸਰਟੀਫਿਕੇਟ, ਇਹ ਉਹਦੇ ਨਾਲ ਮਿਲਦੇ ਜੁਲਦੇ ਹੀ ਨੇ ਜਿਹੜੇ ਰੈਗੂਲਰਲੀ ਪਾਵਰ ਐਕਸਚੇਂਜਸ ਤੇ ਟ੍ਰੇਡ ਕੀਤੇ ਜਾਂਦੇ ਨੇ। ਜੇਕਰ ਆਪਾਂ ਕਾਰਬਨ ਟੈਕਸ ਦੀ ਗੱਲ ਕਰੀਏ ਤਾਂ ਇੰਡੀਆ ਨੇ ਕੋਈ ਵੀ ਕਾਰਬਨ ਟੈਕਸ ਹਜੇ ਤੱਕ ਇੰਟਰੋਡਿਊਸ ਨਹੀਂ ਕੀਤਾ। 2010 ਤੋਂ ਬਾਅਦ ਡੋਮੈਸਟਿਕਲੀ ਪੈਦਾ ਹੋਣ ਵਾਲਾ ਕੋਇਲਾ ਤੇ ਇੰਪੋਰਟਡ ਕੋਇਲੇ ਤੇ ਟੈਕਸ ਜ਼ਰੂਰ ਲਾ ਦਿੱਤਾ ਹੈ। ਸ਼ੁਰੂਆਤ ਵਿੱਚ ਇਹ ਟੈਕਸ 50 ਰੁਪਏ ਪਰ ਟਨ ਕੋਲਾ ਸੀ ਤੇ 2014 ਵਿੱਚ ਇਹਨੂੰ ਵਧਾ ਕੇ 100 ਰੁਪਏ ਪਰ ਟਨ ਕੋਲਾ ਕਰ ਦਿੱਤਾ ਤੇ 2015 ਵਿੱਚ 200 ਰੁਪਏ ਪਰ ਟਨ ਕੋਲਾ ਕਰ ਦਿੱਤਾ। ਤੇ ਜੇਕਰ 2020 ਦੀ ਗੱਲ ਕਰੀਏ ਤਾਂ ਇਸ ਟੈਕਸ ਨੂੰ ਵਧਾ ਕੇ 400 ਰੁਪਏ ਪਰ ਟਨ ਕੋਲਾ ਕਰ ਦਿੱਤਾ ਗਿਆ ਹੈ। ਜਿਹੜੀ ਆਪਾਂ ਹੁਣ ਤੱਕ ਗੱਲਬਾਤ ਕੀਤੀ ਸੀ ਉਹ ਆਪਾਂ ਗੱਲ ਕੀਤੀ ਸੀ ਕਿ ਸਰਕਾਰ ਡੋਮੈਸਟਿਕ ਤੌਰ ਤੇ ਦੇਸ਼ ਦੇ ਵਿੱਚ ਕੀ ਪਾਲਿਸੀਆਂ ਲਿਆ ਕੇ ਕਲਾਈਮੇਟ ਚੇਂਜ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ, ਪਰ ਹੁਣ ਆਪਾਂ ਗੱਲ ਕਰਾਂਗੇ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਕੀ ਕੋਆਪਰੇਸ਼ਨ ਕਰ ਰਹੀ ਹੈ ਹੋਰ ਦੇਸ਼ਾਂ ਦੇ ਨਾਲ, ਤਾਂ ਜੋ ਇਹ ਦੁਨੀਆ ਇੱਕ ਲਿਵੇਬਲ ਖੂਬਸੂਰਤ ਪਲੇਸ ਦੁਬਾਰਾ ਫੇਰ ਬਣ ਸਕੇ। ਪੈਰਿਸ ਐਗਰੀਮੈਂਟ ਦੇ ਵਿੱਚ ਪਾਰਟੀ ਹੋਣ ਕਾਰਨ ਇੰਡੀਆ 2024 ਵਿੱਚ ਆਪਣੀ ਪਹਿਲੀ ਰਿਪੋਰਟ ਯੂਨਾਈਟਿਡ ਨੇਸ਼ਨ ਸਾਹਮਣੇ ਪੇਸ਼ ਕਰੂਗਾ ਤੇ ਸਤੰਬਰ 2021 ਵਿੱਚ ਇੰਡੀਆ ਨੇ ਅਨਾਉਂਸ ਕੀਤਾ ਸੀ ਕਿ ਉਹ ਆਪਣੀ ਨਵੀਂ ਨੈਸ਼ਨਲੀ ਡਿਟਰਮਿਨਡ ਕੰਟਰੀਬਿਊਸ਼ਨ ਰਿਪੋਰਟ COP26 ਸਾਹਮਣੇ ਪੇਸ਼ ਕਰੂਗਾ।
COP ਦਾ ਮਤਲਬ ਹੈ ਕਾਨਫਰੰਸ ਆਫ ਪੈਰਿਸ। ਸੋ ਕਾਨਫਰੰਸ ਆਫ ਪੈਰਿਸ ਦੇ ਵਿੱਚ ਇੰਡੀਆ ਨੇ ਆਪਣਾ ਜਿਹੜਾ ਨੈਟ ਜ਼ੀਰੋ ਐਮਿਸ਼ਨ ਈਅਰ 2070 ਰੱਖਿਆ ਹੈ ਤੇ ਇਹ ਪਹਿਲੀ ਵਾਰ ਹੋਇਆ ਕਿ ਇੰਡੀਆ ਨੇ ਕਾਰਬਨ ਨਿਊਟਰਲ ਹੋਣ ਦੀ ਕੋਈ ਡੇਟ ਸੈੱਟ ਕੀਤੀ ਹੈ ਤੇ ਆਪਣਾ ਇੰਟਰਨੈਸ਼ਨਲ ਬਣਦਾ ਰੋਲ ਅਦਾ ਕੀਤਾ ਹੈ। ਤੇ ਕਾਨਫਰੰਸ ਆਫ ਪੈਰਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਮੇਜਰ ਅਨਾਉਂਸਮੈਂਟਸ ਕੀਤੀਆਂ ਜਿਨ੍ਹਾਂ ਨੂੰ ਪੰਜ ਅੰਮ੍ਰਿਤ ਦਾ ਨਾਮ ਦਿੱਤਾ ਗਿਆ। ਸੋ ਇਹਨੂੰ ਇੰਗਲਿਸ਼ 'ਚ ਕਿਹਾ ਗਿਆ ਇੰਡੀਆਜ਼ ਗਿਫਟ ਟੂ ਦਾ ਵਰਲਡ। ਸੋ ਪਹਿਲੀ ਅਨਾਉਂਸਮੈਂਟ ਹੈ 2070 ਤੱਕ ਕਾਰਬਨ ਨਿਊਟਰਲ ਹੋਣਾ ਤੇ ਦੂਜੀ ਅਨਾਉਂਸਮੈਂਟ ਹੈ ਫੋਸਲ ਫਿਊਲਸ ਤੋਂ ਬਿਨਾ ਹੋਰ ਸੋਰਸਸ ਤੋਂ એનર્ਜੀ ਕੈਪੈਸਿਟੀ ਨੂੰ ਵਧਾ ਕੇ 2030 ਤੱਕ 50 ਗੀਗਾਵਾਟ ਕਰ ਦੇਣਾ ਤੇ 2030 ਤੱਕ ਇਕਨੋਮੀ ਦੀ ਕਾਰਬਨ ਇੰਟੈਂਸਿਟੀ ਨੂੰ ਘਟਾ ਕੇ 45% ਤੱਕ ਲੈ ਕੇ ਆਉਣਾ। ਤੇ ਚੌਥੀ ਅਨਾਉਂਸਮੈਂਟ ਸੀ 1 ਬਿਲੀਅਨ ਟਨ ਗ੍ਰੀਨ ਹਾਊਸ ਗੈਸਸ ਨੂੰ ਐਟਮੋਸਫੀਅਰ ਵਿੱਚੋਂ 2030 ਤੱਕ ਘਟਾਉਣਾ ਤੇ ਇਸ ਤੋਂ ਬਿਨਾ ਲਾਈਫਸਟਾਈਲ ਨੂੰ এনवायरमेंट ਦੇ ਮੁਤਾਬਿਕ ਢਾਲਣਾ, ਨਾ ਕਿ এনवायरमेंट ਨੂੰ ਆਪਣੇ ਲਾਈਫਸਟਾਈਲ ਦੇ ਮੁਤਾਬਕ ਢਾਲਣ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ। ਭਾਵੇਂ ਇੰਡੀਆ ਦੇ ਨੈਟ ਜ਼ੀਰੋ ਐਮਿਸ਼ਨਸ ਦੀ ਡੇਟ ਹੈ ਜਿਹੜੀ ਉਹ ਚਾਈਨਾ ਤੇ ਅਮਰੀਕਾ ਤੋਂ ਕਾਫੀ ਪਿੱਛੇ ਹੈ, ਪਰ ਜਿਹੜੇ এনवायरमेंटਲਿਸਟ ਨੇ ਉਹਨਾਂ ਨੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਉਹ ਮੰਨਦੇ ਨੇ ਕਿ ਜਿਹੜੇ ਡਿਵੈਲਪਡ ਲੋਕ ਨੇ, ਵਿਕਸਿਤ ਦੇਸ਼ ਨੇ, ਉਹਨਾਂ ਨੂੰ ਇਸ ਮੈਟਰ ਦੇ ਵਿੱਚ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਨੇ ਤਰੱਕੀ ਕਰ ਲਈ ਹੈ। ਤੇ ਜਿਹੜੀਆਂ ਅੰਡਰ ਡਿਵੈਲਪਡ ਕੰਟਰੀ ਨੇ, ਜਿਹੜੀਆਂ ਕੰਟਰੀਆਂ ਡਿਵੈਲਪ ਹੋ ਰਹੀਆਂ ਨੇ, ਉਹਨਾਂ ਨੇ ਹਜੇ ਉਸ ਫੇਸ ਦੇ ਵਿੱਚੋਂ ਲੰਘਣਾ ਤੇ ਉਹਨਾਂ ਕੋਲੇ ਇੰਨੀ ਸਮਰੱਥਾ ਵੀ ਨਹੀਂ ਹੈਗੀ। ਪਰ ਜਿਹੜੇ ਦੇਸ਼ਾਂ ਨੇ ਪੈਰਿਸ ਐਗਰੀਮੈਂਟ ਨੂੰ ਸਾਈਨ ਕੀਤਾ ਤੇ ਇਹ ਪ੍ਰੋਮਿਸ ਕੀਤਾ ਕਿ ਇਸ ਸਦੀ ਦੇ ਅੰਤ ਤੱਕ ਗਲੋਬਲ ਵਾਰਮਿੰਗ ਨੂੰ 2 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਵਧਣ ਨਹੀਂ ਦਿੱਤਾ ਜਾਊਗਾ, ਪਰ ਲੱਗਦਾ ਇੰਜ ਹੈ ਕਿ 21ਵੀਂ ਸਦੀ ਦੇ ਅੰਤ ਤੱਕ ਜਿਹੜਾ ਟੈਂਪਰੇਚਰ ਆ ਉਹ 3 ਡਿਗਰੀ ਸੈਂਟੀਗ੍ਰੇਡ ਤੱਕ ਵੱਧ ਜਾਊਗਾ ਤੇ ਇਹ ਧਰਤੀ ਹਿਊਮਨਸ ਦੇ ਲਈ ਲਿਵੇਬਲ ਨਹੀਂ ਹੋਣੀ। ਇੱਥੇ ਇਹ ਸਾਡੀ ਵੀਡੀਓ ਹੁੰਦੀ ਹੈ ਖਤਮ। ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਅਗਲੀ ਵੀਡੀਓ ਲੈ ਕੇ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ।